ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਪਿਛਲੇ ਪਾਠ ਵਿੱਚ ਅਸੀਂ ਪੜ੍ਹਿਆ ਕਿ ਸਾਊਲ ਦੀ ਮੌਤ ਤੋਂ ਬਾਅਦ ਦਾਊਦ ਯਹੂਦਾ ਦਾ ਰਾਜਾ ਬਣਿਆ ਅਤੇ ਸਾਊਲ ਦੇ ਪੁੱਤਰ ਇਸ਼ਬਲ ਦੀ ਮੌਤ ਤੋਂ ਬਾਅਦ ਇਸਰਾਏਲੀ ਹਬਰੋਨ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਵੀ ਦਾਊਦ ਨੂੰ ਆਪਣਾ ਰਾਜਾ ਸਵੀਕਾਰ ਕਰ ਲਿਆ। 40 ਸਾਲ ਰਾਜ ਕਰਨ ਤੋਂ ਬਾਅਦ ਉਹ 70 ਸਾਲ ਦੀ ਉਮਰ ਦੇ ਵਿੱਚ ਮਰ ਗਿਆ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸੁਲੇਮਾਨ ਰਾਜਾ ਬਣਿਆ। ਅਤੇ ਅੱਜ ਅਸੀਂ ਸੁਲੇਮਾਨ ਦੇ ਰਾਜ ਬਾਰੇ ਪੜ੍ਹਾਂਗੇ ਤੁਹਾਡੀ ਪਾਠ ਪੁਸਤਕ ਦੇ ਪਾਠ 9 ਦੇ ਵਿੱਚ, ਜਿਸ ਦਾ ਨਾਮ ਹੈ ਸੁਲੇਮਾਨ ਦੀ ਹਕੂਮਤ। ਸੁਲੇਮਾਨ ਦਾਊਦ ਅਤੇ ਬਤਸ਼ਬਾ ਦਾ ਪੁੱਤਰ ਸੀ। ਉਹ ਆਪਣੀ ਬੇਹੱਦ ਦਨਾਈ ਅਤੇ ਵੱਡੀ ਦੌਲਤ ਦੇ ਲਈ ਮਸ਼ਹੂਰ ਸੀ। ਸਾਰੇ ਪੂਰਬ ਵਿੱਚ ਇਸ ਦੀ ਯਾਦ ਅੱਜ ਤੱਕ ਕਾਇਮ ਹੈ। ਇਸ ਦੇ ਰਾਜ ਦੇ ਸ਼ੁਰੂ ਵਿੱਚ ਬਹੁਤ ਹੀ ਬਗਾਵਤਾਂ ਹੋਣ ਲੱਗ ਪਈਆਂ। ਉਸ ਦੇ ਭਰਾ ਅਦੋਨੀਆ ਨੇ ਜਵਾਬ ਅਤੇ ਪ੍ਰੋਹਿਤਾਂ ਦੇ ਨਾਲ ਮਿਲ ਕੇ ਉਸ ਨੂੰ ਗੱਦੀ ਤੋਂ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋਏ। ਬੱਚਿਓ, ਸੁਲੇਮਾਨ ਦਾਊਦ ਅਤੇ ਬਤਸ਼ਬਾ ਦਾ ਪੁੱਤਰ ਸੀ, ਜਿਹੜਾ ਕਿ ਦਾਊਦ ਦੀ ਗੱਦੀ ਉੱਪਰ ਬੈਠਿਆ। ਜਦ ਉਹ ਗੱਦੀ ਉੱਪਰ ਬੈਠਾ ਅਤੇ ਉਸ ਸਮੇਂ ਉਹਦੇ ਰਾਜ ਦੇ ਵਿੱਚ ਬਹੁਤ ਸਾਰੀਆਂ ਬਗਾਵਤਾਂ ਹੋਈਆਂ, ਬਹੁਤ ਸਾਰੇ ਵਿਦਰੋਹ ਹੋਏ ਅਤੇ ਉਹਦੇ ਇੱਕ ਭਰਾ ਨੇ ਉਹਨੂੰ ਰਾਜ ਗੱਦੀ ਤੋਂ ਉਤਾਰਨ ਦੇ ਲਈ ਵਿਦਰੋਹ ਕੀਤਾ, ਪਰ ਉਹ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਨਾ ਹੋ ਸਕਿਆ। ਅਤੇ ਇਹਨਾਂ ਬਗਾਵਤਾਂ ਨੂੰ ਖ਼ਤਮ ਕਰਨ ਤੋਂ ਬਾਅਦ ਸੁਲੇਮਾਨ ਨੇ ਮਿਸਰ ਦੇ ਰਾਜੇ ਦੀ ਲੜਕੀ ਨਾਲ ਵਿਆਹ ਕਰ ਲਿਆ। ਖੁਦਾ ਨੇ ਸੁਲੇਮਾਨ ਨੂੰ ਸੁਪਨੇ ਵਿੱਚ ਆਖਿਆ ਕਿ ਉਹ ਜੋ ਚਾਹੁੰਦਾ ਹੈ ਮੰਗ ਲਵੇ। ਉਸ ਨੇ ਖੁਦਾ ਕੋਲੋਂ ਅਕਲ ਅਤੇ ਦਨਾਈ ਮੰਗੀ ਤਾਂ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ ਦੇ ਸਕੇ ਅਤੇ ਨੇਕੀ ਅਤੇ ਬੁਰਾਈ ਦੀ ਪਹਿਚਾਣ ਕਰ ਸਕੇ। ਇਸ ਗੱਲ ਤੋਂ ਖੁਸ਼ ਹੋ ਕੇ ਖੁਦਾ ਨੇ ਉਸ ਨੂੰ ਹੋਰ ਵੀ ਦੌਲਤ ਅਤੇ ਤੇਜ਼ ਬਖਸ਼ਿਆ। ਪਿਆਰੇ ਬੱਚਿਓ, ਸੁਲੇਮਾਨ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਪੜ੍ਹਿਆ ਕਿ ਦਨਾਈ ਦੇ ਨਾਲ ਭਰਪੂਰ ਸੀ। ਅਤੇ ਇੱਕ ਰਾਤ ਪਰਮੇਸ਼ਵਰ ਨੇ ਸੁਪਨੇ ਦੇ ਵਿੱਚ ਉਸ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਕਿਹਾ ਕਿ ਤੂੰ ਜੋ ਚਾਹੇ ਮੰਗ ਸਕਦਾ ਹੈ। ਪਿਆਰੇ ਬੱਚਿਓ, ਜੇਕਰ ਪਰਮੇਸ਼ਵਰ ਤੁਹਾਡੇ ਸੁਪਨੇ ਵਿੱਚ ਆ ਕੇ ਤੁਹਾਨੂੰ ਕਵੇ ਕਿ ਤੂੰ ਜੋ ਮੰਗ ਸਕਦਾ ਹੈ ਅਤੇ ਮੰਗ ਤਾਂ ਤੁਸੀਂ ਕੀ ਮੰਗੋਗੇ? ਮੈਨੂੰ ਲੱਗਦਾ ਹੈ ਅਸੀਂ ਮੰਗਾਂਗੇ, ਹੇ ਪ੍ਰਭੂ ਮੈਨੂੰ ਵੱਡੀ ਸਾਰੀ ਦੌਲਤ ਦੇ ਦੇ, ਮੈਨੂੰ ਵੱਡਾ ਸਾਰਾ ਘਰ ਦੇ, ਵੱਡੀ ਸਾਰੀ ਗੱਡੀ ਦੇ, ਇਹੋ ਕੁਛ ਮੰਗਾਂਗੇ।
ਪਰ ਸੁਲੇਮਾਨ ਨੇ ਇਹ ਕੁਛ ਨਹੀਂ ਮੰਗਿਆ। ਉਸਨੇ ਕੀ ਮੰਗ ਕੀਤੀ? ਉਸਨੇ ਕਿਹਾ ਕਿ हे ਪ੍ਰਭੂ, ਤੂੰ ਮੈਨੂੰ ਅਕਲ ਅਤੇ ਦਨਾਈ ਦਾ ਵਰਦਾਨ ਦੇ। ਤੇ ਖੁਦਾ ਉਸ ਦੀ ਇਸ ਗੱਲ ਤੋਂ ਬਹੁਤ ਖੁਸ਼ ਹੋਇਆ ਤੇ ਉਸਨੇ ਕਿਹਾ ਕਿ ਤੂੰ ਮੇਰੇ ਕੋਲ ਸੋਨਾ, ਚਾਂਦੀ, ਧਨ, ਦੌਲਤ ਮੰਗ ਸਕਦਾ ਸੀ, ਪਰ ਤੂੰ ਮੇਰੇ ਕੋਲੋਂ ਬੁੱਧ ਦਾ ਵਰਦਾਨ ਮੰਗਿਆ ਹੈ ਤੇ ਮੈਂ ਤੈਨੂੰ ਬਹੁਤ ਸਾਰੀ ਬੁੱਧ ਦੇਵਾਂਗਾ। ਤੇ ਉਹਦੀ ਬੁੱਧ ਕਰਕੇ ਹੀ ਸੁਲੇਮਾਨ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਹੋਇਆ। ਤੇ ਜੇਕਰ ਸੁਲੇਮਾਨ ਨੇ ਪ੍ਰਭੂ ਦੇ ਕੋਲੋਂ ਧਨ ਦੌਲਤ ਨਹੀਂ ਮੰਗਿਆ ਸੀ, ਫਿਰ ਵੀ ਪਰਮੇਸ਼ਵਰ ਨੇ ਖੁਸ਼ ਹੋ ਕੇ ਉਸ ਨੂੰ ਬਹੁਤ ਸਾਰੀ ਦੌਲਤ ਦਿੱਤੀ ਅਤੇ ਨਾਲ ਹੀ ਨਾਲ ਉਸ ਦੀ ਸ਼ਾਨ ਨੂੰ ਵੀ ਵਧਾਇਆ। ਮੇਰੇ ਬੱਚਿਓ, ਸੁਲੇਮਾਨ ਇਨਸਾਫ ਦੇ ਲਈ ਬਹੁਤ ਹੀ ਮਸ਼ਹੂਰ ਸੀ। ਉਹ ਜਦੋਂ ਵੀ ਇਨਸਾਫ ਕਰਦਾ ਸੀ, ਪਰਮੇਸ਼ਵਰ ਦੇ ਕੋਲੋਂ ਬੁੱਧ ਮੰਗਦਾ ਤੇ ਇਨਸਾਫ ਕਰਦਾ ਸੀ। ਉਸਦੇ ਇਨਸਾਫ ਦੇ ਬਾਰੇ ਇੱਕ ਕਹਾਣੀ ਇਸ ਤਰ੍ਹਾਂ ਹੈ ਜੋ ਅਸੀਂ ਹੁਣ ਪੜ੍ਹਾਂਗੇ। ਇੱਕ ਵਾਰੀ ਦੋ ਔਰਤਾਂ ਇੱਕ ਬੱਚਾ ਲੈ ਕੇ ਉਸ ਕੋਲ ਪੇਸ਼ ਹੋਈਆਂ। ਉਹਨਾਂ ਦੋਹਾਂ ਵਿੱਚੋਂ ਹਰ ਇੱਕ ਦਾ ਇਹ ਦਾਅਵਾ ਸੀ ਕਿ ਬੱਚਾ ਮੇਰਾ ਹੈ। ਸੁਲੇਮਾਨ ਨੇ ਝਗੜਾ ਸੁਣਨ ਤੋਂ ਬਾਅਦ ਹੁਕਮ ਦਿੱਤਾ ਕਿ ਬੱਚੇ ਨੂੰ ਵੱਢ ਕੇ ਬਰਾਬਰ ਦੇ ਟੁਕੜੇ ਕਰ ਦਿੱਤੇ ਜਾਣ ਅਤੇ ਦੋਹਾਂ ਨੂੰ ਇੱਕ ਇੱਕ ਟੁਕੜਾ ਦੇ ਦਿੱਤਾ ਜਾਵੇ। ਇਹ ਸੁਣ ਕੇ ਅਸਲੀ ਮਾਂ ਨੇ ਫੌਰਨ ਆਖਿਆ ਕਿ ਬੱਚੇ ਨੂੰ ਮਾਰਿਆ ਨਾ ਜਾਵੇ, ਸਗੋਂ ਜਿਉਂਦਾ ਰਹਿਣ ਦਿੱਤਾ ਜਾਵੇ ਅਤੇ ਦੂਸਰੀ ਔਰਤ ਨੂੰ ਦੇ ਦਿੱਤਾ ਜਾਵੇ। ਇਸ ਤਰ੍ਹਾਂ ਪਤਾ ਲੱਗ ਗਿਆ ਕਿ ਬੱਚੇ ਦੀ ਅਸਲੀ ਮਾਂ ਕੌਣ ਹੈ ਅਤੇ ਬਾਦਸ਼ਾਹ ਨੇ ਬੱਚਾ ਅਸਲੀ ਮਾਂ ਦੇ ਹਵਾਲੇ ਕਰ ਦਿੱਤਾ। ਮੇਰੇ ਬੱਚਿਓ, ਇਹ ਕਹਾਣੀ ਬਹੁਤ ਹੀ ਮਸ਼ਹੂਰ ਹੈ ਕਿ ਕਿਸ ਤਰ੍ਹਾਂ ਸੁਲੇਮਾਨ ਨੇ ਬੁੱਧੀਮਾਨੀ ਨਾਲ ਉਹਨਾਂ ਦੋਹਾਂ ਔਰਤਾਂ ਦਾ ਇਨਸਾਫ ਕੀਤਾ, ਕਿਉਂਕਿ ਦੋਨੇ ਔਰਤਾਂ ਜਿਹੜੀਆਂ ਹੈ ਉਹ ਇਹ ਦਾਅਵਾ ਕਰਦੀਆਂ ਸੀ ਕਿ ਇਹ ਬੱਚਾ ਮੇਰਾ ਹੈ, ਦੂਜੀ ਕਹਿੰਦੀ ਸੀ ਇਹ ਬੱਚਾ ਮੇਰਾ ਹੈ। ਤੇ ਸੁਲੇਮਾਨ ਨੇ ਸੋਚਿਆ ਕਿ ਦੋਨੇ ਔਰਤਾਂ ਤਾਂ ਕਹਿ ਰਹੀਆਂ ਕਿ ਬੱਚਾ ਮੇਰਾ, ਦਿੱਤਾ ਕਿਹਨੂੰ ਜਾਵੇ। ਤੇ ਉਸਨੇ ਕਿਹਾ ਇੱਦਾਂ ਕਰੋ, ਬੱਚੇ ਨੂੰ ਮੇਰੇ ਕੋਲ ਲੈ ਕੇ ਆਓ ਤੇ ਨਾਲ ਇੱਕ ਤਲਵਾਰ ਲਿਆਓ ਤੇ ਬੱਚੇ ਦੇ ਦੋ ਟੋਟੇ ਕਰ ਦਿਓ ਤੇ ਇੱਕ ਟੋਟਾ ਪਹਿਲੀ ਔਰਤ ਨੂੰ ਦੇ ਦਿਓ ਤੇ ਦੂਜਾ ਦੂਜੀ ਔਰਤ ਨੂੰ ਦੇ ਦੇਵੋ। ਪਰ ਜੋ ਅਸਲੀ ਮਾਂ ਜਿਹੜੀ ਸੀ ਉਸ ਨੂੰ ਇਹ ਸਵੀਕਾਰ ਨਹੀਂ ਸੀ। ਉਹ ਝੱਟ ਬੋਲ ਉੱਠੀ, ਨਹੀਂ, ਬੱਚੇ ਨੂੰ ਮਾਰੋ ਨਾ, ਸਗੋਂ ਉਹਨੂੰ ਜਿਉਂਦਿਆਂ ਹੀ ਦੂਸਰੀ ਔਰਤ ਨੂੰ ਦੇ ਦੇਵੋ। ਤੇ ਇਸ ਤਰ੍ਹਾਂ ਸੁਲੇਮਾਨ ਨੇ ਬੜੀ ਹੀ ਸਮਝਦਾਰੀ ਦੇ ਨਾਲ ਬੱਚੇ ਦੀ ਅਸਲੀ ਮਾਂ ਦਾ ਪਤਾ ਲਗਾਇਆ ਤੇ ਬੱਚਾ ਉਸ ਔਰਤ ਨੂੰ ਦੇ ਦਿੱਤਾ। ਪਿਆਰੇ ਬੱਚੋ, ਸੁਲੇਮਾਨ ਦੀ ਸ਼ਾਨ ਜਿਹੜੀ ਹੈ ਉਹ ਸਾਰੇ ਸੰਸਾਰ ਦੇ ਵਿੱਚ ਬਹੁਤ ਹੀ ਪ੍ਰਸਿੱਧ ਸੀ, ਬਹੁਤ ਹੀ ਮਸ਼ਹੂਰ ਸੀ ਸੁਲੇਮਾਨ ਆਪਣੀ ਬੁੱਧ ਅਤੇ ਅਕਲ ਦੇ ਕਾਰਨ। ਸ਼ੁਰੂ ਵਿੱਚ ਸੁਲੇਮਾਨ ਦੇ ਰਾਜ ਵਿੱਚ ਬਗਾਵਤਾਂ ਹੋਈਆਂ, ਲੇਕਿਨ ਉਸ ਤੋਂ ਬਾਅਦ ਵਿੱਚ ਸੁਲੇਮਾਨ ਦੇ ਰਾਜ ਵਿੱਚ ਅਮਨ ਅਤੇ ਸ਼ਾਂਤੀ ਰਹੀ। ਕਿਸ ਤਰ੍ਹਾਂ ਹੋਇਆ? ਉਹਦੀ ਸ਼ਾਨ ਕਿੱਦਾਂ ਵਧੀ? ਆਓ ਦੇਖਦੇ ਹਾਂ। ਸੁਲੇਮਾਨ ਦੇ ਰਾਜ ਵਿੱਚ ਲੋਕ ਅਮਨ ਅਤੇ ਖੁਸ਼ਹਾਲੀ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਉਸ ਦੇ ਲਸ਼ਕਰ ਦੂਰ ਦੂਰ ਦੇ ਮੁਲਕਾਂ ਨਾਲ ਵਪਾਰ ਕਰਦੇ ਸਨ ਅਤੇ ਬੜੀ ਕੀਮਤੀ ਅਤੇ ਲਾਭਦਾਇਕ ਚੀਜ਼ਾਂ ਬਾਹਰੋਂ ਲਿਆ ਕੇ ਮੁਲਕ ਦੀ ਸ਼ਾਨ ਵਿੱਚ ਵਾਧਾ ਕਰਦੇ ਸਨ। ਸੁਲੇਮਾਨ ਦਾ ਰਾਜ ਇੱਕ ਵੱਡਾ ਕੰਮ ਸੀ ਕਿ ਉਸਨੇ ਯਰੂਸ਼ਲਮ ਵਿੱਚ ਖੁਦਾ ਦੀ ਬੰਦਗੀ ਲਈ ਇੱਕ ਵੱਡਾ ਮੰਦਰ ਬਣਾਇਆ। ਮਿਸਰ ਦੇ ਬਾਦਸ਼ਾਹ ਨੇ ਇਸ ਮੰਦਰ ਦੀ ਉਸਾਰੀ ਲਈ ਬਹੁਤ ਸਮਾਨ ਭੇਜਿਆ ਅਤੇ ਚੰਗੇ ਕਾਰੀਗਰ ਵੀ ਭੇਜੇ। ਇਸ ਕੰਮ ਵਿੱਚ 3,43,000 ਇਸਰਾਈਲੀ, ਮਿਸਰੀ ਅਤੇ ਸੀਰੀਅਨ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਕੰਮ ਪੂਰਾ ਹੋਣ ਵਿੱਚ 7 ਸਾਲ ਲੱਗੇ। ਜਦੋਂ ਸਾਰਾ ਕੰਮ ਪੂਰਾ ਹੋ ਗਿਆ ਤਾਂ ਸੁਲੇਮਾਨ ਨੇ ਕੌਮ ਦੇ ਚੁਣੇ ਹੋਏ ਬੰਦੇ ਯਰੂਸ਼ਲਮ ਵਿੱਚ ਇਕੱਠੇ ਕੀਤੇ ਅਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਅਤੇ ਨੇਮ ਦੇ ਸੰਦੂਕ ਨੂੰ ਬੜੇ ਆਦਰ ਅਤੇ ਬੜੀ ਖੁਸ਼ੀ ਨਾਲ ਉਸ ਪਵਿੱਤਰ ਸਥਾਨ ਵਿੱਚ ਲਿਆਂਦਾ ਗਿਆ। ਸੁਲੇਮਾਨ ਨੇ ਆਪਣੇ ਲਈ ਇੱਕ
ਅਤੇ ਇੱਕ ਆਪਣੀ ਰਾਣੀ ਦੇ ਲਈ ਵੀ ਸ਼ਾਨਦਾਰ ਮਹਿਲ ਬਣਵਾਇਆ। ਉੱਥੋਂ ਦੇ ਪਹਿਰੇਦਾਰਾਂ ਦੇ ਹਥਿਆਰ ਸੋਨੇ ਦੇ ਸਨ ਤੇ ਉਸ ਨੇ ਬਹੁਤ ਸਾਰੇ ਨਵੇਂ ਸ਼ਹਿਰ ਵੀ ਬਣਾਏ ਅਤੇ ਉਹਨਾਂ ਦੀ ਕਿਲ੍ਹੇਬੰਦੀ ਵੀ ਕੀਤੀ। ਬੱਚਿਓ, ਸੁਲੇਮਾਨ ਦੇ ਰਾਜ ਵਿੱਚ ਸ਼ੁਰੂ ਵਿੱਚ ਬੇਸ਼ੱਕ ਬਗਾਵਤਾਂ ਹੋਈਆਂ, ਪਰ ਬਾਅਦ ਦੇ ਵਿੱਚ ਉਹਦਾ ਰਾਜ ਅਮਨ ਅਤੇ ਖੁਸ਼ਹਾਲੀ ਦੇ ਨਾਲ ਭਰਪੂਰ ਸੀ। ਤੇ ਸੁਲੇਮਾਨ ਨੇ ਆਪਣੇ ਰਾਜ ਦੇ ਵਿੱਚ ਸਭ ਤੋਂ ਵੱਡਾ ਕੰਮ ਇਹ ਕੀਤਾ ਕਿ ਉਸਨੇ ਪਰਮੇਸ਼ਵਰ ਦੇ ਭਵਨ ਦਾ ਨਿਰਮਾਣ ਕੀਤਾ। ਉਹ ਭਵਨ ਜਿਹੜਾ ਕਿ ਦਾਊਦ ਬਣਾਉਣਾ ਚਾਹੁੰਦਾ ਸੀ, ਪਰਮੇਸ਼ਵਰ ਨੇ ਉਹਨੂੰ ਕਿਹਾ ਸੀ ਕਿ ਤੂੰ ਇਹ ਭਵਨ ਨਹੀਂ ਬਣਾ ਸਕੇਗਾ, ਬਲਕਿ ਤੇਰੀ ਸੰਤਾਨ ਵਿੱਚੋਂ ਕੋਈ ਇਹ ਭਵਨ ਬਣਾਵੇਗਾ। ਤੇ ਉਹ ਭਵਨ ਸੁਲੇਮਾਨ ਨੇ ਬਣਵਾਇਆ। ਤੇ ਜਦੋਂ ਇਹ ਭਵਨ ਬਣ ਰਿਹਾ ਸੀ, ਇਸ ਭਵਨ ਨੂੰ ਬਣਾਉਣ ਦੇ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ। 3,43,000 ਲੋਕ ਜਿਹੜੇ ਸੀ ਇਸ ਕੰਮ ਦੇ ਵਿੱਚ ਲੱਗੇ ਰਹੇ। ਤੇ ਇਸ ਭਵਨ ਨੂੰ ਬਣਾਉਣ ਲਈ ਪੂਰੇ 7 ਸਾਲ ਲੱਗੇ। ਤੇ ਜਦੋਂ ਇਹ ਸਾਰਾ ਕੰਮ ਪੂਰਾ ਹੋ ਗਿਆ, ਪਰਮੇਸ਼ਵਰ ਦੇ ਭਵਨ ਦਾ ਨਿਰਮਾਣ ਹੋ ਗਿਆ, ਤਾਂ ਉੱਥੇ ਦੇ ਲੋਕਾਂ ਨੇ ਇਕੱਠੇ ਹੋ ਕੇ ਖੁਸ਼ੀ ਮਨਾਈ। ਤੇ ਸੁਲੇਮਾਨ ਨੇ ਖੁਦਾ ਦਾ ਭਵਨ ਹੀ ਨਹੀਂ, ਬਲਕਿ ਉਸਨੇ ਆਪਣੇ ਲਈ ਤੇ ਆਪਣੀ ਰਾਣੀ ਦੇ ਲਈ ਵੀ ਸ਼ਾਨਦਾਰ ਮਹਿਲ ਬਣਵਾਏ। ਤੇ ਉੱਥੇ ਜਿਹੜੀ ਰਖਵਾਲੀ ਕਰ ਸਨ, ਜਿਹੜੇ ਪਹਿਰੇਦਾਰ ਸਨ, ਉਹਨਾਂ ਦੇ ਹਥਿਆਰ ਸੋਨੇ ਦੇ ਸਨ। ਰਾਜਾ ਸੁਲੇਮਾਨ ਦੀ ਪ੍ਰਸਿੱਧੀ ਸਾਰੇ ਸੰਸਾਰ ਦੇ ਵਿੱਚ ਸੀ। ਦੂਰ ਦੂਰ ਤੱਕ ਉਹਦੇ ਇਨਸਾਫ ਦੇ ਬਾਰੇ ਵਿੱਚ ਚਰਚਾ ਹੁੰਦੀ ਰਹਿੰਦੀ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਪਰਖਣ ਦੀ ਕੋਸ਼ਿਸ਼ ਕੀਤੀ। ਤੇ ਇਹਨਾਂ ਲੋਕਾਂ ਦੇ ਵਿੱਚ ਹੀ ਇੱਕ ਮਲਕਾ ਸੀ ਜਿਹੜੀ ਕਿ ਸ਼ਬਾ ਤੋਂ ਆਈ ਸੀ, ਸ਼ਬਾ ਦੀ ਮਲਕਾ। ਜਦ ਉਸਨੇ ਰਾਜਾ ਸੁਲੇਮਾਨ ਦੀ ਪ੍ਰਸਿੱਧੀ ਦੇ ਬਾਰੇ ਸੁਣਿਆ, ਉਹਦੇ ਇਨਸਾਫ ਦੇ ਬਾਰੇ ਸੁਣਿਆ, ਤਾਂ ਉਹ ਵੀ ਉਸ ਨੂੰ ਮਿਲਣ ਦੇ ਲਈ ਆਏ ਤਾਂ ਕਿ ਉਹਦੀ ਪਰਖ ਕਰ ਸਕੇ। ਸ਼ਬਾ ਦੀ ਮਲਕਾ ਨੇ ਆ ਕੇ ਉਹਨੂੰ ਦੇਖਿਆ ਅਤੇ ਪਰਖਿਆ। ਆਓ ਦੇਖੀਏ। ਸ਼ਬਾ ਮਲਕਾ ਨੇ ਸੁਲੇਮਾਨ ਦੀ ਦਨਾਈ ਅਤੇ ਸ਼ਾਨੋ ਸ਼ੌਕਤ ਦੇ ਬਾਰੇ ਬਹੁਤ ਕੁਝ ਸੁਣਿਆ ਸੀ। ਉਹ ਬਹੁਤ ਸਾਰੇ ਤੋਹਫੇ ਸੁਲੇਮਾਨ ਨੂੰ ਪੇਸ਼ ਕਰਨ ਲਈ ਪਹੁੰਚੀ। ਉਹ ਸੁਲੇਮਾਨ ਦੇ ਮੁਲਕ ਅਤੇ ਦਰਬਾਰ ਦੀ ਸ਼ਾਨ ਅਤੇ ਖੁਸ਼ਹਾਲੀ ਵੇਖ ਕੇ ਬੜੀ ਹੈਰਾਨ ਅਤੇ ਖੁਸ਼ ਹੋਈ ਅਤੇ ਜਾਣ ਲੱਗਿਆ ਉਸ ਨੇ ਕਿਹਾ, ਤੇਰੀ ਦਨਾਈ ਅਤੇ ਤੇਰੇ ਕੰਮ ਜਿੰਨੀ ਉਹਨਾਂ ਦੀ ਮਸ਼ਹੂਰੀ ਹੈ, ਉਸ ਨਾਲੋਂ ਵੀ ਵੱਧ ਚੜ੍ਹ ਕੇ ਹਨ। ਕੀ ਕਿਹਾ ਉਸਨੇ ਕਿ ਤੇਰੀ ਦਨਾਈ ਅਤੇ ਤੇਰੇ ਕੰਮ ਜਿਨ੍ਹਾਂ ਦੀ ਉਸਨੇ ਕਹਿੰਦੀ ਮਸ਼ਹੂਰੀ ਸੁਣੀ ਹੈ, ਉਸ ਤੋਂ ਕਿਤੇ ਵੱਧ ਹਨ। ਪਿਆਰੇ ਬੱਚਿਓ, ਜਿਸ ਤਰ੍ਹਾਂ ਸੁਲੇਮਾਨ ਤੋਂ ਪਹਿਲਾਂ ਦੇ ਰਾਜਿਆਂ ਨੇ ਪਾਪ ਕੀਤੇ, ਸੁਲੇਮਾਨ ਤੋਂ ਪਹਿਲਾਂ ਰਾਜੇ ਕਿਹੜੇ ਸੀ? ਸਾਊਲ ਅਤੇ ਦਾਊਦ। ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਪਾਪ ਕੀਤੇ, ਗਲਤੀਆਂ ਕੀਤੀਆਂ। ਉਸੇ ਤਰ੍ਹਾਂ ਸੁਲੇਮਾਨ ਵੀ ਜਿਹੜਾ ਹੈ ਉਹ ਗਲਤੀਆਂ ਅਤੇ ਗੁਨਾਹਾਂ ਤੋਂ ਰਹਿਤ ਨਾ ਰਿਹਾ। ਉਹ ਵੀ ਪਾਪ ਦੇ ਵਿੱਚ ਡਿੱਗ ਗਿਆ। ਕੀ ਕੀਤਾ ਉਸਨੇ? ਆਓ ਦੇਖੀਏ। ਸੁਲੇਮਾਨ ਨੇ ਬਹੁਤ ਸਾਰੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਇਆ ਤੇ ਉਹ ਬੁੱਤ ਪ੍ਰਸਤੀ ਦੇ ਵਿੱਚ ਫਸ ਗਿਆ। ਤੇ ਬੁੱਤ ਪ੍ਰਸਤੀ ਵਿੱਚ ਫਸਣ ਦੀ ਉਹਨੂੰ ਕੀ ਸਜ਼ਾ ਮਿਲੀ? ਆਓ ਦੇਖੀਏ। ਸੁਲੇਮਾਨ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਦੇ ਨਾਲ ਵਿਆਹ ਕੀਤੇ ਅਤੇ ਬੁੱਤ ਪ੍ਰਸਤੀ ਵਿੱਚ ਪੈ ਗਿਆ। ਤਦ ਖੁਦਾ ਨੇ ਫਰਮਾਇਆ ਕਿ ਉਸ ਦੀ ਬਾਦਸ਼ਾਹੀ ਉਸ ਦੇ ਵਾਰਸਾਂ ਕੋਲ ਨਹੀਂ ਰਹੇਗੀ। ਸਾਰੇ ਦੇਸ਼ ਵਿੱਚ ਬਗਾਵਤਾਂ ਅਤੇ ਸਾਜ਼ਿਸ਼ਾਂ ਫੈਲ ਗਈਆਂ। ਅਹਿਯਾ ਨਬੀ ਨੇ ਬਾਦਸ਼ਾਹ ਦੇ ਇੱਕ ਖਾਸ ਅਹੁਦੇਦਾਰ ਜਰਾਬੁਆਮ ਨੂੰ ਕਿਹਾ ਕਿ ਉਹ ਇਸ ਗਲੀਲ ਦੇ ਕਬੀਲਿਆਂ ਵਿੱਚੋਂ 10 ਉੱਤੇ ਰਾਜ ਕਰੇ। ਅੰਤ ਸੁਲੇਮਾਨ ਮਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਦੇ ਵਿੱਚ ਦਫਨਾ ਦਿੱਤਾ ਗਿਆ। ਬੱਚਿਓ, ਜਦੋਂ ਵੀ ਅਸੀਂ ਕੋਈ ਗੁਨਾਹ ਕਰਦੇ ਹਾਂ, ਪਾਪ ਕਰਦੇ ਹਾਂ, ਤਾਂ ਉਹਦੀ ਸਜ਼ਾ ਸਾਨੂੰ ਜ਼ਰੂਰ ਮਿਲਦੀ ਹੈ। ਜਿਸ ਤਰ੍ਹਾਂ ਕਿ ਸਾਊਲ ਨੇ ਗੁਨਾਹ ਕੀਤਾ ਸੀ ਤਾਂ ਪਰਮੇਸ਼ਵਰ ਨੇ ਉਸ ਨੂੰ ਰਾਜਾ ਹੋਣ ਤੋਂ ਰੱਦ ਦਿੱਤਾ
ਤੇ ਉਸਨੇ ਕਿਹਾ ਕਿ ਤੇਰਾ ਰਾਜ ਕਿਸੇ ਹੋਰ ਨੂੰ ਦਿੱਤਾ ਜਾਵੇਗਾ ਤੇ ਉਸ ਦਾ ਰਾਜ ਉਹਦੇ ਕੋਲ ਲੈ ਕੇ ਦਾਊਦ ਨੂੰ ਦੇ ਦਿੱਤਾ ਗਿਆ। ਦਾਊਦ ਨੇ ਵੀ ਗੁਨਾਹ ਕੀਤਾ, ਉਹਨੂੰ ਵੀ ਸਜ਼ਾ ਮਿਲੀ ਤੇ ਜਦੋਂ ਦਾਊਦ ਮਰ ਗਿਆ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਸੁਲੇਮਾਨ ਰਾਜਾ ਬਣਿਆ। ਸੁਲੇਮਾਨ ਨੇ ਗੁਨਾਹ ਕੀਤਾ ਤਾਂ ਪਰਮੇਸ਼ਵਰ ਨੇ ਕਿਹਾ ਕਿ ਤੇਰਾ ਰਾਜ ਜਿਹੜਾ ਹੁਣ ਤੇਰੇ ਕੋਲ ਨਹੀਂ ਰਹੇਗਾ ਬਲਕਿ ਕਿਸੇ ਹੋਰ ਨੂੰ ਦੇ ਦਿੱਤਾ ਜਾਵੇਗਾ। ਤੇ ਉਸ ਸਮੇਂ ਜਿਹੜਾ ਅਹਿਯਾ ਨਬੀ ਸੀ ਉਸਨੇ ਜਰੋਬੋਆਮ ਨੂੰ ਕਿਹਾ ਕਿ ਤੂੰ ਗਲੀਲ ਦੇ 10 ਕਬੀਲਿਆਂ ਉੱਤੇ ਰਾਜ ਕਰ ਤੇ ਉਸਨੇ ਰਾਜ ਕਰਨਾ ਸ਼ੁਰੂ ਕੀਤਾ ਤੇ ਅੰਤ ਸੁਲੇਮਾਨ ਮਰ ਗਿਆ ਤੇ ਉਸ ਨੂੰ ਦਾਊਦ ਦੇ ਸ਼ਹਿਰ ਦੇ ਵਿੱਚ ਦਫਨਾ ਦਿੱਤਾ ਗਿਆ। ਪਿਆਰੇ ਬੱਚਿਓ, ਇਹ ਸੀ ਤੁਹਾਡਾ ਪਾਠ 9 ਜਿਹਦੇ ਵਿੱਚ ਅਸੀਂ ਪੜ੍ਹਿਆ ਕਿ ਸੁਲੇਮਾਨ ਨੇ ਕਿਸ ਤਰ੍ਹਾਂ ਆਪਣੇ ਲੋਕਾਂ ਦੇ ਉੱਪਰ ਬੁੱਧੀ ਨਾਲ ਰਾਜ ਕੀਤਾ, ਪਰ ਉਹ ਗੁਨਾਹ ਤੋਂ ਰਹਿਤ ਨਾ ਰਹਿ ਸਕਿਆ। ਉਹਨੂੰ ਸਜ਼ਾ ਮਿਲੀ ਕਿ ਜਿਹੜਾ ਰਾਜ ਸੀਗਾ ਉਹਦੇ ਕੋਲ ਨਾ ਰਿਹਾ, ਉਹਦੀ ਸੰਤਾਨ ਦੇ ਕੋਲ ਨਾ ਰਿਹਾ ਬਲਕਿ ਕਿਸੇ ਹੋਰ ਦੇ ਕੋਲ ਚਲਾ ਗਿਆ। ਤੇ ਆ ਬੱਚੋ, ਆਪਾਂ ਇਸ ਪਾਠ ਦੇ ਪ੍ਰਸ਼ਨ ਦੇਖਦੇ ਹਾਂ ਜਿਹੜੇ ਕਿ ਤੁਹਾਡੇ ਇਸ ਪਾਠ ਦੇ ਅੰਤ ਵਿੱਚ ਲਿਖੇ ਹੋਏ ਹਨ। ਸਭ ਤੋਂ ਪਹਿਲਾ ਪ੍ਰਸ਼ਨ ਇਹ ਹੈ ਕਿ ਸੁਲੇਮਾਨ ਕਿਸ ਦਾ ਪੁੱਤਰ ਸੀ? ਸੁਲੇਮਾਨ ਦਾਊਦ ਅਤੇ ਬਤਸ਼ਬਾ ਦਾ ਪੁੱਤਰ ਸੀ। ਸੁਲੇਮਾਨ ਦਾਊਦ ਅਤੇ ਬਤਸ਼ਬਾ ਦਾ ਪੁੱਤਰ ਸੀ। ਅਗਲਾ ਪ੍ਰਸ਼ਨ ਇਹ ਹੈ ਕਿ ਸੁਲੇਮਾਨ ਕਿਸ ਚੀਜ਼ ਵਾਸਤੇ ਮਸ਼ਹੂਰ ਸੀ? ਸੁਲੇਮਾਨ ਕਿਸ ਚੀਜ਼ ਵਾਸਤੇ ਮਸ਼ਹੂਰ ਸੀ? ਉੱਤਰ ਹੈ ਦਨਾਈ ਅਤੇ ਆਪਣੀ ਦੌਲਤ ਦੇ ਲਈ। ਦਨਾਈ ਅਤੇ ਆਪਣੀ ਬਹੁਤ ਸਾਰੀ ਦੌਲਤ ਦੇ ਲਈ। ਅਗਲਾ ਪ੍ਰਸ਼ਨ, ਕਿਸ ਨੇ ਰਾਜਾ ਸੁਲੇਮਾਨ ਨੂੰ ਗੱਦੀ ਤੋਂ ਲਾਉਣ ਦੀ ਕੋਸ਼ਿਸ਼ ਕੀਤੀ? ਕਿਸ ਨੇ ਰਾਜਾ ਸੁਲੇਮਾਨ ਨੂੰ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ? ਉੱਤਰ ਹੈ ਉਸ ਦੇ ਭਰਾ ਅਦੋਨੀਆ ਨੇ ਜਵਾਬ ਅਤੇ ਪੁਰੋਹਿਤਾਂ ਦੇ ਨਾਲ ਮਿਲ ਕੇ ਉਸ ਨੂੰ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਭਰਾ ਅਦੋਨੀਆ ਅਤੇ ਜਵਾਬ ਨੇ ਪੁਰੋਹਿਤਾਂ ਨਾਲ ਮਿਲ ਕੇ ਉਸ ਨੂੰ ਗੱਦੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਅਗਲਾ ਪ੍ਰਸ਼ਨ, ਸੁਲੇਮਾਨ ਨੇ ਖੁਦਾ ਕੋਲੋਂ ਕੀ ਮੰਗਿਆ? ਸੁਲੇਮਾਨ ਨੇ ਖੁਦਾ ਕੋਲੋਂ ਕੀ ਮੰਗਿਆ? ਉੱਤਰ ਹੈ ਸੁਲੇਮਾਨ ਨੇ ਖੁਦਾ ਕੋਲੋਂ ਅਕਲ ਅਤੇ ਦਨਾਈ ਮੰਗੀ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ ਦੇ ਸਕੇ। ਫਿਰ ਸੁਣ ਲਓ, ਸੁਲੇਮਾਨ ਨੇ ਖੁਦਾ ਕੋਲੋਂ ਅਕਲ ਅਤੇ ਦਨਾਈ ਮੰਗੀ ਕਿ ਉਹ ਆਪਣੇ ਲੋਕਾਂ ਨੂੰ ਇਨਸਾਫ ਦੇ ਸਕੇ। ਅਗਲਾ ਪ੍ਰਸ਼ਨ, ਸੁਲੇਮਾਨ ਨੇ ਕਿਸ ਨਾਲ ਵਿਆਹ ਕੀਤਾ? ਸੁਲੇਮਾਨ ਨੇ ਕਿਸ ਨਾਲ ਵਿਆਹ ਕੀਤਾ? ਉੱਤਰ ਹੈ ਮਿਸਰ ਦੇ ਰਾਜੇ ਦੀ ਲੜਕੀ ਨਾਲ। ਉੱਤਰ ਮਿਸਰ ਦੇ ਰਾਜੇ ਦੀ ਲੜਕੀ ਨਾਲ। ਅਗਲਾ ਪ੍ਰਸ਼ਨ, ਸੁਲੇਮਾਨ ਦੇ ਰਾਜ ਵਿੱਚ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਸਨ? ਸੁਲੇਮਾਨ ਦੇ ਰਾਜ ਵਿੱਚ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਸਨ? ਉੱਤਰ ਹੈ ਅਮਨ ਅਤੇ ਖੁਸ਼ਹਾਲੀ ਦੀ। ਉੱਤਰ ਅਮਨ ਅਤੇ ਖੁਸ਼ਹਾਲੀ ਦੀ। ਅਗਲਾ ਪ੍ਰਸ਼ਨ, ਸੁਲੇਮਾਨ ਦੇ ਰਾਜ ਦਾ ਇੱਕ ਵੱਡਾ ਕੰਮ ਕਿਹੜਾ ਸੀ? ਸੁਲੇਮਾਨ ਦੇ ਰਾਜ ਦਾ ਇੱਕ ਵੱਡਾ ਕੰਮ ਕਿਹੜਾ ਸੀ? ਉੱਤਰ ਹੈ ਸੁਲੇਮਾਨ ਦੇ ਰਾਜ ਦਾ ਸਭ ਤੋਂ ਵੱਡਾ ਕੰਮ ਸੀ ਕਿ ਉਸ ਨੇ ਯਰੂਸ਼ਲਮ ਵਿੱਚ ਖੁਦਾ ਦੀ ਬੰਦਗੀ ਲਈ ਵੱਡਾ ਮੰਦਰ ਬਣਾਇਆ। ਸੁਲੇਮਾਨ ਦੇ ਰਾਜ ਦਾ ਸਭ ਤੋਂ ਵੱਡਾ ਕੰਮ ਇਹ ਸੀ ਕਿ ਉਸ ਨੇ ਯਰੂਸ਼ਲਮ ਵਿੱਚ ਖੁਦਾ ਦੀ ਬੰਦਗੀ ਲਈ ਇੱਕ ਵੱਡਾ ਮੰਦਰ ਬਣਾਇਆ। ਅਗਲਾ ਪ੍ਰਸ਼ਨ, ਇਸ ਕੰਮ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ? ਇਸ ਕੰਮ ਵਿੱਚ
ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ? ਇਹਦਾ ਉੱਤਰ ਹੈ ਇਸ ਕੰਮ ਵਿੱਚ ਇਸਰਾਈਲੀ, ਮਿਸਰੀ ਅਤੇ ਸੀਰੀਅਨ 3,43,000 ਲੋਕਾਂ ਨੂੰ ਰੁਜ਼ਗਾਰ ਮਿਲਿਆ। ਇਸ ਕੰਮ ਵਿੱਚ ਇਸਰਾਈਲੀ, ਮਿਸਰੀ ਅਤੇ ਸੀਰੀਅਨ 3,43,000 ਲੋਕਾਂ ਨੂੰ ਰੁਜ਼ਗਾਰ ਮਿਲਿਆ। ਅਗਲਾ ਪ੍ਰਸ਼ਨ, ਸਭਾ ਦੇ ਮਲਕਾਂ ਨੇ ਸੁਲੇਮਾਨ ਬਾਰੇ ਕੀ ਸੁਣਿਆ? ਸਭਾ ਦੀ ਮਲਕਾਂ ਨੇ ਸੁਲੇਮਾਨ ਬਾਰੇ ਕੀ ਸੁਣਿਆ? ਉੱਤਰ ਕੀ ਹੈ? ਸੁਲੇਮਾਨ ਦੀ ਦਨਾਈ ਅਤੇ ਸ਼ਾਨੋ ਸ਼ੌਕਤ ਬਾਰੇ। ਉੱਤਰ ਸੁਲੇਮਾਨ ਦੀ ਦਨਾਈ ਅਤੇ ਸ਼ਾਨੋ ਸ਼ੌਕਤ ਬਾਰੇ। ਅਗਲਾ ਪ੍ਰਸ਼ਨ, ਸੁਲੇਮਾਨ ਦਾ ਗੁਨਾਹ ਕੀ ਸੀ? ਸੁਲੇਮਾਨ ਦਾ ਗੁਨਾਹ ਕੀ ਸੀ? ਉੱਤਰ ਹੈ ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤਾ ਅਤੇ ਉਹ ਬੁੱਤ ਪ੍ਰਸਤੀ ਵਿੱਚ ਫਸ ਗਿਆ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤਾ ਅਤੇ ਉਹ ਬੁੱਤ ਪ੍ਰਸਤੀ ਵਿੱਚ ਫਸ ਗਿਆ। ਅਗਲਾ ਅਤੇ ਆਖਰੀ ਪ੍ਰਸ਼ਨ, ਸੁਲੇਮਾਨ ਕਿਹੜੇ ਸ਼ਹਿਰ ਵਿੱਚ ਦਫਨਾਇਆ ਗਿਆ? ਸੁਲੇਮਾਨ ਕਿਹੜੇ ਸ਼ਹਿਰ ਵਿੱਚ ਦਫਨਾਇਆ ਗਿਆ? ਉੱਤਰ ਹੈ ਦਾਊਦ ਦੇ ਸ਼ਹਿਰ ਦੇ ਵਿੱਚ। ਉੱਤਰ ਹੈ ਦਾਊਦ ਦੇ ਸ਼ਹਿਰ ਵਿੱਚ। ਪਿਆਰੇ ਬੱਚੋ, ਇਸ ਦੇ ਨਾਲ ਹੀ ਤੁਹਾਡਾ ਇਹ ਪਾਠ 9 ਸੁਲੇਮਾਨ ਦੀ ਹਕੂਮਤ ਖਤਮ ਹੁੰਦਾ ਹੈ। ਅਗਲੇ ਪਾਠ ਵਿੱਚ ਅਸੀਂ ਪੜ੍ਹਾਂਗੇ ਕਿ ਸੁਲੇਮਾਨ ਤੋਂ ਬਾਅਦ ਵਿੱਚ ਜਿਹੜਾ ਇਸਰਾਇਲ ਸੀ ਉਹ ਕਬੀਲੇ 2 ਫਾੜ ਹੋ ਗਏ, ਕਿਸ ਤਰ੍ਹਾਂ ਹੋਏ, ਇਹ ਸਾਰਾ ਅਸੀਂ ਅਗਲੇ ਪਾਠ ਦੇ ਵਿੱਚ ਪੜ੍ਹਾਂਗੇ। ਜੈ ਯਿਸੂ ਦੀ।